विच बाणी अमृत सारे गुर बाणी कहे सेवक जन मानै परतख गुरु निस्तारे बाणी बिरलो विचारसी जे को गुरमुख होए एह बाणी महापुरख की निज कर वासा होए सलोक भगत कबीर जियो के एक ओंकार सतगुर प्रसाद कबीर मन मुंडिया नहीं केस मुंडाए काए जो किश किया सो मन किया मुंडा मुंड अजाए कबीर राम ना छोड़िए तन तन जाए तं जाओ चरण कमल चित भेदिया राम नाम समाओ कबीर जो हम जंत बजावते टूट गई सब तार जंत बिचारा क्या करे चले बजावन हार कबीर माए मुंडों तेह गुरु की जाते परम न जाए आप डूबे चाहो वेद में मैं चेले दिए बहाए कबीर माए मुंडों तेह गुरु की जाते परम न जाए आप डूबे चाहो वेद में चेले दिए बहाए वाहिगुरु जी का खालसा वाहिगुरु जी की फतेह। श्लोक भगत कबीर जीओ के इस बाणी दे विचों 4 श्लोक जो 1369 70 अंग ते दर्ज हैं। आप जी ने
4 ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ। ਇਹਨਾਂ ਸ਼ਲੋਕਾਂ ਦੀ ਵਿਚਾਰ ਡਾਕਟਰ ਮਨਪ੍ਰੀਤ ਸਿੰਘ ਜੀ ਰਜੌਰੀ ਗਾਰਡਨ ਆਪ ਜੀ ਨੂੰ ਸਰਵਣ ਕਰਵਾਉਣਗੇ। ਇਹਨਾਂ 4 ਸ਼ਲੋਕਾਂ ਦੀ ਕਥਾ ਵਿਚਾਰ ਅੱਜ ਆਪ ਜੀ ਨੂੰ ਸਰਵਣ ਕਰਵਾਉਣੀ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 14 ਤਰੀਕ ਨੂੰ ਹੈ, ਜੋ ਗੁਰਦੁਆਰਾ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਰਕਾਬਗੰਜ ਸਾਹਿਬ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਵੇਗਾ। ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰ ਤੱਕ ਵਿਸ਼ੇਸ਼ ਦੀਵਾਨ ਸਜਣਗੇ। ਪਿੰਡਾਂ ਥਾਵਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਭੈਣਾਂ ਹਰ ਸਾਲ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੀਆਂ ਨੇ। ਸੋ ਆਪਾਂ ਵੀ ਸਾਰੇ ਬਾਣੀ ਪੜ੍ਹਦੇ, ਸੇਵਾ ਕਰਦੇ, ਗੁਰੂ ਪਾਤਸ਼ਾਹ ਜੀ ਦਾ ਇਹ ਪਾਵਨ ਗੁਰਪੁਰਬ ਮਨਾਈਏ। ਇਸ ਮਹੀਨੇ ਦੀ ਸੰਗਰਾਂਦ 15 ਤਰੀਕ ਨੂੰ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਮਾਸਕ ਪਾ ਕੇ ਰੱਖੋ। ਸ਼ੁਕਰ ਹੈ ਉਸ ਮਾਲਕ ਦਾ ਕਿ ਕਰੋਨੇ ਦਾ ਪ੍ਰਕੋਪ ਘਟਿਆ ਹੈ ਔਰ ਇਹ ਸਮਾਂ ਠੀਕ ਰਹੇ, ਅਸੀਂ ਠੀਕ ਰਹੀਏ, ਸਾਡੇ ਭੈਣ ਭਰਾ ਠੀਕ ਰਹਿਣ। ਉਹਦਾ ਇੱਕਮਾਤਰ ਤਰੀਕਾ ਹੈ ਕਿ ਅਸੀਂ ਜੋ ਮੈਡੀਕਲ ਐਡਵਾਈਸ ਨੇ ਅਸੀਂ ਉਹਨਾਂ ਦਾ ਪਾਲਣ ਕਰੀਏ। ਗੁਰੂ ਘਰ ਆਉਂਦਿਆਂ ਇੱਕ ਵਾਰੀ ਜ਼ਰੂਰ ਵੇਖੋ ਕਿ ਆਪਾਂ ਕਿਹੜੇ ਕੱਪੜੇ ਪਾ ਕੇ ਗੁਰਦੁਆਰੇ ਚੱਲੇ ਆ। ਨਿੱਕਰਾਂ ਪਾ ਕੇ, ਛੋਟੇ ਛੋਟੇ ਕੱਪੜੇ ਪਾ ਕੇ। ਦੁੱਖ ਦੀ ਗੱਲ ਹੈ ਕਿ ਪੈਰਾਂ ਵਾਲੀਆਂ ਜਰਾਬਾਂ ਸਿਰਾਂ ਤੇ ਪਾ ਕੇ ਅਸੀਂ ਗੁਰਦੁਆਰੇ ਨੂੰ ਤੁਰ ਪੈਂਦੇ ਆ। ਬੀਬੀਆਂ ਵਾਂਗ, ਭੈਣਾਂ ਵਾਂਗ ਜੂੜੇ ਕਰਕੇ, ਗੁੱਤਾਂ ਕਰਕੇ ਪਿੱਛੇ ਗਰਦਨ ਤੇ। ਜੇ ਆਪਾਂ ਨੂੰ ਇੰਨਾ ਹੀ ਸ਼ੌਕ ਹੈ, ਆਪਾਂ ਅਰਦਾਸ ਕਰੀਏ ਮਹਾਰਾਜ ਕੋਲ, ਸੱਚੇ ਪਾਤਸ਼ਾਹ ਇੱਕ ਜੂਨੀ ਬੀਬੀਆਂ ਵਾਲੀ ਦੇ ਦਿਓ। ਫਿਰ ਆਪਾਂ ਵੰਨ ਸਵੰਨੇ ਜੂੜੇ ਕਰਾਂਗੇ, ਵੰਨ ਸਵੰਨੀਆਂ ਗੁੱਤਾਂ ਕਰਾਂਗੇ। ਕੌਣ ਰੋਕੇਗਾ? ਕੋਈ ਨਹੀਂ ਰੋਕੇਗਾ। ਤੇ ਜੇ ਤੁਸੀਂ ਮੰਨਦੇ ਹੋ ਕਿ ਸੱਚੇ ਪਾਤਸ਼ਾਹ ਨੇ ਤੁਹਾਨੂੰ ਸਿੰਘਾਂ ਦੀ ਜੂਨੀ ਬਖਸ਼ੀ ਹੈ, ਕੇਸ ਬਖਸ਼ੇ ਨੇ, ਤੇ ਇਹਨਾਂ ਦਾ ਸਤਿਕਾਰ ਕਰੋ। ਸੋਹਣੇ ਦਮਾਲੇ ਸਜਾਓ, ਦਸਤਾਰਾਂ ਸਜਾਓ, ਪੈਰਾਂ ਦੀਆਂ ਜਰਾਬਾਂ ਸਿਰ ਤੇ ਪਾ ਕੇ ਸਿੱਖੀ ਦਾ ਅਪਮਾਨ ਨਾ ਕਰੋ, ਕੇਸਾਂ ਦਾ ਅਨਾਦਰ ਨਾ ਕਰੋ। ਮੈਂ ਮਾਂ ਬਾਪ ਨੂੰ ਵੀ ਬੇਨਤੀ ਕਰਾਂਗਾ, ਜ਼ਿੰਮੇਵਾਰੀ ਸਮਝੋ ਆਪਣੀ। ਇੱਜ਼ਤ ਕਰਨੀ ਕੇਸਾਂ ਦੀ ਹੋਰ ਚੀਜ਼ ਹੈ, ਇਸ ਕਦਰ ਬੇਇੱਜ਼ਤੀ ਕਰਨੀ। ਆਪਾਂ ਨੂੰ ਸੱਚੇ ਪਾਤਸ਼ਾਹ ਦੀ ਕਰੋਪੀ ਤੋਂ ਡਰਨਾ ਚਾਹੀਦਾ ਹੈ ਕਿ ਆਪਾਂ ਸੁਚੇਤ ਹੋਈਏ। ਗੁਰੂ ਜੀ ਦਾ ਹੁਕਮ ਤਾਂ ਇਹ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ। ਸੋ ਆਪਾਂ ਇਹਨਾਂ ਬਖਸ਼ਿਸ਼ਾਂ ਦੇ ਪਾਤਰ ਬਣੀਏ। ਗੁਰਦੁਆਰਾ ਰਕਾਬਗੰਜ ਸਾਹਿਬ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਬਣਿਆ। ਕੋਈ ਵੀ ਕਰੋਨੇ ਦਾ ਪੇਸ਼ੈਂਟ, ਮਰੀਜ਼ ਉੱਥੋਂ ਆਪਣਾ ਇਲਾਜ ਕਰਵਾ ਸਕਦਾ ਹੈ। ਗੁਰਦੁਆਰਾ ਬਾਲਾ ਸਾਹਿਬ ਜੋ 8ਵੇਂ ਪਾਤਸ਼ਾਹ ਜੀ ਦੇ ਨਾਮ ਤੋਂ ਹਸਪੀਟਲ ਬਣ ਰਿਹਾ ਹੈ, ਉਹਦਾ ਪਹਿਲਾ ਚਰਨ 100 ਕਿਡਨੀ ਡਾਇਲਸਿਸ ਦਾ ਬੈੱਡ ਦਾ ਬਾਬਾ ਹਰਬੰਸ ਸਿੰਘ ਜੀ ਦੇ ਨਾਮ ਤੋਂ ਹਸਪੀਟਲ ਸ਼ੁਰੂ ਹੋਇਆ ਹੈ।
ये दूसरा चरण है जिथे 125 बिस्तरियां का हॉस्पिटल हुण शुरू होना है 2 महीनों के समय दे विच। जिहड़ा बच्चों का बीबियां का ये जनरल हॉस्पिटल होवेगा सारिया बीमारियां के इलाज वास्ते, और ये ICU भी होएगा। सो सारिया नूं बेनती है भाई कि आपां सारे इस गल का यतन करिए कि जो उथे समान हॉस्पिटल दे विच फिटिंग होनी है, लगना है, बैड ने, वेंटीलेटर ने, ये समान जिहड़ा है इहदे विच कोई भी सेवा आप जी माइक तौर पर भी भेज सकते हो, समान के तौर पर भी भेज सकते हो। आओ सारे आपां रल मिल के सच्चे पातशाह दे घर दियां खुशियां लईए, मानवता दे भले दे जिहड़े कारज हैं उन्हां कारजां दे विच अपना हिस्सा पाइए। वाहिगुरू जी का खालसा, वाहिगुरू जी की फतेह। जीओ धन वाहिगुरू साहिब जी। कृपा करहो दीन के दाते, मेरा गुण अवगण ना विचारो कोई। माटी का क्या तो पै स्वामी, मानस की गत एही। बेशुमार अथाह गणत अतुल, ज्यों बोलावो त्यों नानक दास बोले। हाज़रा हुजूर ज़हरा ज़हूर, सर्व कला भरपूर चवर छतर तखत दे मालिक, रूहानियत दे भंडार कमाल करामात कायम करीम, रज़ा बख्श राज़िक रिहाकुन रहीम। अमा बख्श बख्शिंदह ओ दस्तगीर, खता बख्श रोज़ी देहो दिल पजीर। शहनशाह वाली सुखां दे खजाने दुखां दे मिटनहार, साहिब सतगुरु श्री गुरु ग्रंथ साहब महाराज जी की पावन हजूरी अंदर, साहिब सतगुरु अष्टम बलबीरा श्री गुरु हरकृष्ण साहब महाराज जी के पावन गुरुद्वारा साहिब श्री बंगला साहब जी के आप दर्शन दीदार यात्रावां कर रहे हो। सतगुरु जी की सरदल ते आउण दा सुभाग साहिब जी ने आप तरस करके मेहर करके बख्शिया। आप जी ने सत्कारयोग सिंह साहब ज्ञानी रणजीत सिंह जी पासों लड़ीवार जिहड़ी इस दरबार की मर्यादा है, कीर्तन तो बाद कथा लड़ीवार जिहड़ी आप जी ने कबीर जी दे 4 श्लोकां का पाठ 100 तक ये विचार की लड़ी पूरी हो चुकी सी। कल तक 101 तो लैके 104 तक श्लोक यदि विचार सतगुर सच्चे पातशाह महाराज जी आप विच वरत के कराउण। आप संगत जिन्ने गुरदरबार विच मौजूद हो, जिन्ने देसां विदेसां विच घर बैठे, जिन्ने अपनियां थावां ते बैठे मीडिया राही सरवण कर रहे हो, सतगुरु गुरु हरकृष्ण साहब महाराज जी बख्शिश करन। आप संगत तौफीक बख्शो। सारियां संगतां दे चरणां 'च इस्तकबाल है। धन सतगुरु गुरु ग्रंथ साहब महाराज जी दे शब्द दी टेक लईए। विचार आरंभण तो पहला चढ़ती कला का प्रतीक गुरु गोबिंद सिंह साहब महाराज जी वालों बख्शी फतेह सांझी करो। आखो जी वाहिगुरू जी का खालसा, वाहिगुरू जी की फतेह। धन सतगुरु श्री गुरु ग्रंथ साहब महाराज जी की बाणी
ਕੁੱਲ ਸੰਸਾਰ ਦੀ ਰਹਿਨੁਮਾਈ, ਕੁੱਲ ਮਨੁੱਖਾ ਜਾਤ ਨੂੰ ਇਹ ਚੰਗਾ ਮਾਰਗ, ਸਿੱਧਾ ਮਾਰਗ, ਸੁਹੇਲਾ ਮਾਰਗ ਤੇ ਐਸਾ ਮਾਰਗ ਦ੍ਰਿੜ ਕਰਾਉਂਦੀ ਹੈ ਜਿਹੜਾ ਮਾਰਗ ਹਜ਼ਾਰਾਂ ਸਾਲਾਂ ਤੋਂ ਜੋਗੀ, ਜਤੀ, ਤਪੀ, ਜੰਗਮ, ਸੰਨਿਆਸੀ, ਸਿੱਧ ਤੇ ਹੱਟ ਜੋਗ ਕਮਾਉਣ ਵਾਲੇ ਧਰਤੀ ਦੇ ਸੈਂਕੜੇ ਲੋਕਾਂ ਨੇ ਰੱਬ ਦੀ ਪ੍ਰਾਪਤੀ ਦੇ ਲਈ ਬੜੇ ਤਰ੍ਹਾਂ ਦੇ ਤਰੀਕਿਆਂ ਨਾਲ ਤਨ ਨੂੰ ਤਪਾਇਆ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਮਹਾਰਾਜ ਜੀ ਦੀ ਇਹ ਬਖਸ਼ਿਸ਼ ਹੈ ਕਿ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਹਿਜ ਜੋਗ ਹੈ, ਤਨ ਨੂੰ ਤਪਾਉਣ ਦਾ ਜ਼ਿਕਰ ਨਹੀਂ ਹੈ। ਇੱਥੇ ਸਾਬਤ ਸੂਰਤ ਦਸਤਾਰ ਸਿਰਾ ਦਾ ਉਪਦੇਸ਼ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵੱਲੋਂ ਜੋ ਵੀ ਚੀਜ਼ ਇੱਥੇ ਨੀਅਤ ਕੀਤੀ ਗਈ ਹੈ, ਕੁਦਰਤ, ਇਹ ਰੂਪ ਜਿਹੜੀ ਕਰਤਾਰ ਨੇ ਆਪਣੀ ਕੁਦਰਤ ਬਣਾਈ ਹੈ, ਕੁਦਰਤ ਦੇ ਵਿੱਚ ਸਭ ਕੁਝ ਸਾਬਤ ਸੂਰਤ ਹੈ। ਇੱਥੇ ਇਕੱਲਾ ਅਸੀਂ ਆਪਣੇ ਚਿਹਰੇ ਦੀ ਗੱਲ ਨਾ ਕਰੀਏ, ਸਰੀਰ ਦੇ ਕੇਸਾਂ ਦੀ ਗੱਲ ਨਾ ਕਰੀਏ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਜੇ ਜੰਗਲ ਸਾਬਤ ਸੂਰਤ ਨਾ ਰਹੇ ਤੇ ਧਰਤੀ ਵੈਸੀ ਗਰਕੀ ਜਾਏਗੀ। ਜੇ ਨਦੀਆਂ ਸਾਬਤ ਸੂਰਤ ਨਾ ਰਹੀਆਂ ਤੇ ਅਜੇ ਅੱਜ ਨਦੀਆਂ ਨੂੰ ਭੰਨ ਕੇ ਨਹਿਰਾਂ ਬਣਾਤੀਆਂ ਤੇ ਉਹ ਕੋਈ ਸੁਹਿਰਦ ਸੱਚ ਥੋੜੀ ਪ੍ਰਗਟ ਕਰ ਰਹੀਆਂ ਜੀਵਨ ਦਾ ਸਾਡੇ। ਜੇ ਇਸ ਧਰਤੀ ਦਾ, ਇਹ ਸਾਰੀ ਕਾਇਨਾਤ ਦਾ ਸੱਚ ਸਾਬਤ ਸੂਰਤ ਨਹੀਂ ਰਿਹਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਉੱਥੇ ਦੁੱਖ ਹੀ ਹੈ। ਪਰ ਇਹ ਸਾਬਤ ਸੂਰਤਾ ਮਨੁੱਖ ਦੇ ਆਪਣੇ ਨਿੱਜੀ ਜੀਵਨ ਤੋਂ ਸ਼ੁਰੂ ਹੋਏਗੀ, ਤਾਂ ਫਿਰ ਜਾ ਕੇ ਇਹ ਕੁਦਰਤ ਤੇ ਕਰਤਾਰ ਤੱਕ ਪਹੁੰਚੇਗੀ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਗੁਰੂ ਅਰਜੁਨ ਸਾਹਿਬ ਜੀ ਦਾ ਬਚਨ ਹੈ, ਖਾਕ ਨੂਰ ਕਰਦਮ ਆਲਮ ਦੁਨੀਆਏ ਅਸਮਾਨ ਜ਼ਮੀ ਦਰਖਤ ਆਬ ਪੈਦਾਇਸ਼ ਖੁਦਾਏ। ਇਹ ਸਾਰੀ ਚੀਜ਼ਾਂ ਸਾਬਤ ਸੂਰਤਾਂ ਦੀ ਨਿਸ਼ਾਨੀ ਹੈ। ਅੱਜ ਜੰਗਲ ਵੱਢ ਦਿੱਤੇ ਅਸੀਂ, ਸਾਬਤ ਸੂਰਤ ਨਹੀਂ ਰਹੀ ਕੁਦਰਤ। ਅੱਜ ਗਲੋਬਲ ਵਾਰਮਿੰਗ ਔਰ ਇਹ ਸਾਰਾ ਕੁਛ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੱਥੇ ਗੁਰੂ ਪਾਤਸ਼ਾਹ ਜੀ ਉਪਦੇਸ਼ ਕਰ ਰਹੇ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਧਰਤੀ ਦੇ ਚੱਪੇ ਚੱਪੇ ਤੇ ਜਾ ਕੇ, ਕੋਨੇ ਕੋਨੇ ਤੇ ਜਾ ਕੇ ਐਸੀ ਧੁਰਕੀ ਬਾਣੀ, ਐਸੀ ਮੁਕੱਦਸ ਬਾਣੀ, ਐਸੀ ਸੱਚ ਕਰਤਾਰ ਦੀ ਬਾਤ ਲੈ ਕੇ ਆਏ ਨੇ ਜਿਹੜੇ ਧਰਤੀ ਦੇ ਵੱਖ-ਵੱਖ ਜ਼ਾਤ, ਵੱਖ-ਵੱਖ ਭੇਖ, ਵੱਖ-ਵੱਖ ਰੂਪ, ਵੱਖ-ਵੱਖ ਧਰਮ, ਵਿਸ਼ਵਾਸ ਤੇ ਰੰਗ ਦੇ ਵਿੱਚ ਪੈਦਾ ਹੋਏ ਭਗਤ ਇਸ ਧਰਤੀ ਤੇ ਆਏ ਨੇ। ਔਰ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਦਾ ਭੇਤ ਨਹੀਂ ਰੱਖਿਆ। 15 ਭਗਤਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਤੀਕ ਹੈ। ਜੇ ਗੁਰੂ ਨਾਨਕ ਸਾਹਿਬ ਕਬੀਰ ਸਾਹਿਬ ਦੀ ਬਾਣੀ ਨਹੀਂ ਲੈ ਕੇ ਆਉਂਦੇ ਤੇ ਅੱਜ ਕਬੀਰ ਸਾਹਿਬ ਨੂੰ ਕੌਣ ਜਾਣਦਾ। ਜੇ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨਾ ਕੀਤੀ ਜਾਂਦੀ ਤੇ ਅੱਜ ਰਵਿਦਾਸ ਜੀ ਦਾ ਨਾਮ ਬਹੁਤ ਘੱਟ ਲੋਕ ਜਾਣਦੇ। ਤੇ ਸੈਣ ਨਾਈ ਨੂੰ ਕੌਣ ਜਾਣਦਾ। ਰਾਜਸਥਾਨ ਦੀ ਧਰਤੀ ਤੇ ਭਗਤ ਐਸੇ ਛੋਟੇ ਛੋਟੇ ਕਸਬੇ 'ਚੋਂ ਪੈਦਾ ਹੋਏ ਨੇ। ਭਗਤ ਪੀਪਾ ਜੀ ਵਰਗਿਆਂ ਨੂੰ ਕੌਣ ਜਾਣਦਾ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਰਸ ਨਾ ਕਰਦੇ। ਇਸੇ ਕਰਕੇ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸਾਹਿਬ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਕਿ ਜੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਨੇ ਬੰਦਗੀ ਕੀਤੀ ਹੈ, ਉਸ ਪਾਰ ਬ੍ਰਹਮ ਪਰਮੇਸ਼ਵਰ ਨੇ, ਉਸ ਬੰਦਗੀ ਨੇ, ਉਸ ਇਬਾਦਤ ਨੇ, ਉਸ ਨਾਮ ਨੇ ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਲੱਖਾਂ ਦਾ ਬਣਾ ਦਿੱਤਾ। ਕਬੀਰ ਸਾਹਿਬ ਮਹਾਰਾਜ ਜੀ ਦੀ ਬਾਤ ਇਸ ਸ਼ਬਦ ਦੇ ਵਿੱਚ, ਇਹਨਾਂ ਸ਼ਲੋਕਾਂ ਦੇ ਵਿੱਚ ਬੜੀ ਕਮਾਲ ਦੀ ਹੈ। ਕਬੀਰ ਸਾਹਿਬ ਕਹਿੰਦੇ ਆ ਕਿ ਮਨ ਮੈਲਾ ਹੈ, ਮਨ ਵਿਕਾਰੀ ਹੈ ਤੇ ਅਸੀਂ ਤਨ ਦੇ ਨਾਲ ਧੱਕਾ ਕਰ ਰਹੇ ਹਾਂ। ਵਿਕਾਰ ਮਨ ਦੇ ਅੰਦਰ ਪੈਦਾ ਹੁੰਦੇ ਨੇ, ਮੈਲ ਮਨ ਦੇ ਅੰਦਰ ਪੈਦਾ ਹੁੰਦੀ ਹੈ। ਵਿਕਾਰੀ ਮਨ ਹੈ ਤੇ ਅਸੀਂ ਆਪਣੇ ਤਨ ਦੇ ਦਿਖਦੇ ਪਸਾਰੇ ਨੂੰ ਨਸ਼ਟ ਕਰਦੇ ਹਾਂ ਜਾਂ ਤਬਾਹ ਕਰਦੇ ਹਾਂ ਜਾਂ ਦੁਖੀ ਕਰਦੇ ਹਾਂ। ਤੇ ਕਬੀਰ ਸਾਹਿਬ ਕਹਿੰਦੇ ਸਾਨੂੰ ਲੱਗਦਾ ਤਨ ਨੂੰ ਦੁਖੀ ਕਰਨ ਨਾਲ ਸ਼ਾਇਦ ਮਨ ਕਾਬੂ ਆ ਜਾਏ। ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਅਸੀਂ ਸਭ ਤੋਂ ਪਹਿਲਾਂ ਜਪ ਬਾਣੀ 'ਚ ਪੜ੍ਹਦੇ ਹਾਂ, ਸੋਚੈ ਸੋਚਣਾ ਹੋਵਈ ਜੇ ਸੋਚੀ ਲਖਵਾਰ। ਜੇ ਅਸੀਂ ਤਨ ਨੂੰ ਪਵਿੱਤਰ ਕਰਨ ਤੀਰਥਾਂ ਤੇ ਚਲੇ ਜਾਈਏ ਤੇ 100 ਵਾਰੀ ਵੀ ਜੇ ਅਸੀਂ ਸੋਚੀਏ ਇਕੱਲੇ ਤਨ ਨੂੰ ਪਵਿੱਤਰ ਕਰਨ ਨਾਲ ਮਨ ਪਵਿੱਤਰ ਹੋ ਜਾਏ। ਮਨ ਮੈਲੇ ਸਭ ਕੁਛ ਮੈਲਾ
तन धोते मन हच्छा ना होए। ये तन हच्छा नहीं होंदा। साहिब जी कहते हैं बाणी दे विच बड़ा कमाल दा फरमान है कि मन मैला है ते असी बाहरों धोण चले हाँ, बाहर धोती तुंबड़ी अंदर विष निकोर। अंदर जिहड़ा मन है वह विकारी है, वह विशैला है। ते कबीर साहब इत्थे बख्शिश करदे अज दे सलोकां दे विच पहला सलोक, कबीर मन मुंडिया नहीं केस मुंडाए काए। ये बंदिया तू मैनू दस, तेरा मन ते विकारां दे विचारां तो फुरनियां तो तू माड़ी बिरती तो अपने मन नू नहीं मुंडिया, मन दे विकारां नू खत्म नहीं कीता, अपने मन तो परा नहीं कीता। तू अपने तन दे केसां नू क्यों मुंडान तुर पिया कि तैनू लगदा है केसां नू मुंडाउण नाल तैनू ब्रह्म ज्ञानता हासिल हो जाएगी, सहज संतोख हासिल हो जाएगा। ये कदी नहीं। शांत सहज रहस जिहड़ा मन दा वो उपजना है, वो मन नू पवित्र करन नाल ही उपजना है। इस करके नावण चले तीर्थी मन खोटे तन चोर, एक भाओ लथी नात्या दोए भा चढ़ीअस होर। जे तन दे केसां नू सिर दे वालां नू मुंडण दे नाल रब दी प्राप्ति होंदी ते साहिब जी दी बाणी दा फरमान कबीर साहब ये कहंदे कि मूंड मुंडाए जो सिद्ध पाई। जे मूंड मुंडाउण नाल सिद्धि दी प्राप्ति हो जाती तो फिर सीधी जी गल उन्होंने की है। कहते फिर मुक्ति भेड़ ना लिया जाए, कहते फिर मुक्ति भेड़ ना लिया काई। कहते फिर भेड़ नू मुक्ति क्यों नहीं मिल गई? जे भेड़ां नू मुंददे आ सारे भेड़ां दे उत्तों वाल उतारते ने, जे इस रूप दे विच मुक्ति मिलनी होंदी, कबीर साहब कहते फिर सारी धरती दी भेड़ां क्यों नहीं मुक्त हो गई? इसी करके तीर्थां च क्या तीर्थां बाबत यह भी है, जे कल्ले तीर्थ नहावन दे नाल सानू अंदर मुक्ति मिल जाती है तो कबीर साहब जी का यह बचन बड़ा कीमती है। जल के मज्जन जे गत होवै नित नित मेढक नहावै, जैसे मेढक तैसे हो नर फिर जोनी आवे। इवें प्रभु की प्राप्ति नहीं है। प्रभु की प्राप्ति है मन तो पूजो राम एक ही देवा, साचा नामन गुर की सेवा। जे मन नहीं मनिया ते तन दे कीते बाहर दे प्रपंच दे नाल महाराज कहंदे मन दे विकार नहीं खत्म होणगे। कबीर मन मुंडिया नहीं केस मुंडाए काए। किहड़े केसां दे वल तू बाहर वालों? अच्छा, भाई कान सिंह नाभा दी महान कोश जिहड़ी बहुत वड्डी किरत है, लिखत है, उहदे विच जे असी लफ्ज़ मुंडा पढ़ीए ना तो मुंडा लफ्ज़ उन्होंने कहा जिहदे केस मुंडे जाते हैं, जिहड़ा मुंडिया गया, जिहदे सिर दे वाल मुंड दिते गए, उन्होंने मुंडा आख्या गया। और ये लफ्ज़ साडे बोली साडी भाषा दे विच प्रचलित हो गया कि असी लड़के ते छोरे नूं भी मुंडा कह दिंदे आ, बच्चे नूं भी मुंडा कह दिंदे आ। पर भाई कान सिंह नाभा ने बकायदा इहदी विचार दे थल्ले एक नोट लिखिया कि सिख जगत दे विच सिखां दे विच मुंडा कहना सच्ची मुच्ची कुबोल तो घट नहीं है। असी आम करके अपने बच्चों को मुंडा कह दें, मुंडा कित्थे है, पर सिखां दे लई जिहड़ा लफ्ज़ है वह सिंह है, वह भुचंगी है, जिन्होंने गुरु गोबिंद सिंह साहब महाराज जी ने जिक्र किया सी औरंगजेब बाबत कि च्या शुद्ध के चू बचका कुश्ता चार के बाकी बेमाइद पेचीदा मार। जे कहते भुचंगी है तो फिर गुरु गोबिंद सिंह साहब कहते फिर भुचंगी है मेरा खालसा। सिंह कहना, सिंह जी कहना, खालसा जी कहना, ये सिख जगत की एक बड़ी खूबसूरत बात है। पर मुंडा कहना सिख जगत के विच प्रवान नहीं है। जिदे केस मुंडे होंदे उन्हां नूं मुंडा कहा जाता है। कबीर साहब कहते मन के मैलों मन के विकारां नूं असी धोता नहीं, तो साहिब जी कहते असी किहड़े पासे तुर पे है। तो अगे कृपा कर दे, जो किछ किया सो मन किया, मूडा मूंड अजाए। एवें मुंडाउण दे नाल अजाई तू कर्म कीते। करन वाला ते मन है, विकारी ते मन है। मन नूं खुतर हाकिया गया, खोता। मन इन्ना विकारी है कि मन खोते की तरह जिस वेले उहदा मालक उहदी लत्तां तो पैखर खोल दिंदा, संगल जां रस्सा खोल दिंदा, उहदी कंड ते भार ना रखिया होए ते वह खोता अपने मालक नूं दुलत्तियां मारदा। कबीर साहब कहंदे ये हाल मन दा। तुसी बाहरों अपने तन दे नाल छेड़छाड़ कर रहे हो, पर मैला ते मन है। मन नूं तुसी खोजन नहीं चले। गावी है सुनिया मन रखिया भाओ, दुख पर हर सो घर लै जाए।
ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਮਨ ਦੇ ਵਿੱਚ ਹੀ ਹੈ, ਬੰਦਗੀ ਮਨ ਕਰਕੇ ਹੈ, ਬਾਹਰੋਂ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਜਪ ਬਾਣੀ ਦੇ ਵਿੱਚ ਇਹ ਦ੍ਰਿੜ ਕਰਾ ਦਿੱਤਾ ਕਿ ਬਾਹਰੋਂ ਕੰਨਾਂ ਦੇ ਵਿੱਚ ਮੁੰਦਰਾਂ ਪਾਉਣ ਦੇ ਨਾਲ ਮਨ ਦੇ ਅੰਦਰ ਦੇ ਵਿਕਾਰ ਕਾਬੂ ਨਹੀਂ ਹੋਣੇ, ਪੈਰਾਂ ਦੇ ਵਿੱਚ ਖੜਾਵਾਂ ਪਾਉਣ ਦੇ ਨਾਲ ਕਾਮ ਵਾਸ਼ਨਾ ਵਸ ਵਿੱਚ ਨਹੀਂ ਆਉਣੀ, ਤਨ ਦੇ ਉੱਤੇ ਵਿਭੂਤੀ ਮਲਣ ਦੇ ਨਾਲ ਮੌਤ ਦਾ ਸਦਾ ਚੇਤੇ ਨਹੀਂ ਰਹਿਣਾ। ਮਨ ਦੇ ਵਿੱਚ ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਕਮਾ ਲਿਆ ਜਾਏ ਤਾਂ ਮਹਾਰਾਜ ਜੀ ਕਹਿੰਦੇ ਖੇਡ ਸ਼ੁਰੂ ਹੁੰਦੀ ਹੈ। ਸਾਹਿਬ ਜੀ ਦਾ ਬਚਨ ਅਸੀਂ ਰੋਜ਼ ਜਪ ਬਾਣੀ 'ਚ ਪੜ੍ਹਦੇ ਹਾਂ, ਮੁੰਦਾ ਸੰਤੋਖ। ਭਾਈ ਜੇ ਮੁੰਦਰਾਂ ਪਾਣੀਆਂ ਕੰਨਾਂ ਦੀ ਨਹੀਂ, ਸਿੱਖ ਦੀ ਮੁੰਦਰਾ ਮਨ ਦੀ ਹੈ, ਮਨ ਦੇ ਅੰਦਰ ਸੰਤੋਖ ਹੈ। ਮਹਾ ਸੰਤੋਖ ਹੋਵੇ ਗੁਰਬਚਨੀ, ਗੁਰੂ ਦੇ ਬਚਨ ਨੂੰ ਕਮਾ ਕੇ। ਸਰਮਪਤ ਝੋਲੀ ਧਿਆਨ ਕੀ ਕਰ ਹੈ ਵਿਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਕਿ ਆਈ ਪੰਥੀ ਭਾਵ ਜੋਗੀ, ਕੋਈ ਮੂੰਡ ਮੁੰਡਾਉਣ ਵਾਲੇ ਜੋਗੀ ਨੇ, ਕੋਈ ਕੰਨਾਂ 'ਚ ਮੁੰਦਰਾਂ ਪਾਉਣ ਵਾਲੇ ਨੇ, ਕੋਈ ਡੰਡਾ ਸੋਟਾ ਆਸਾ ਰੱਖਣ ਵਾਲੇ ਨੇ, ਕੋਈ ਕਿਸੇ ਰੂਪ 'ਚ ਨੰਗੇ ਪੈਰ ਤੁਰਨ ਵਾਲੇ ਨੇ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਤੱਕ ਮਨ ਨੂੰ ਨਹੀਂ ਜਿੱਤਿਆ ਕੋਈ ਜੋਗ ਸਾਧਨਾ ਕਾਇਮ ਨਹੀਂ ਹੋਈ। ਜੋਗ ਦਾ ਮਤਲਬ ਹੈ ਮਿਲਾਪ, ਪਾਰ ਬ੍ਰਹਮ ਪਰਮੇਸ਼ਵਰ ਦਾ ਮਿਲਾਪ। ਗੱਲੀ ਜੋਗ ਨਾ ਹੋਈ, ਬਾਹਰੋਂ ਦਿਖਾਵੇ ਦੇ ਨਾਲ, ਗੱਲਾਂ ਬਾਤਾਂ ਦੇ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੈ। ਏਕ ਸ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਈ ਐ ਸੋਈ। ਕਿ ਇੱਕ ਦ੍ਰਿਸ਼ਟੀ ਦੇ ਨਾਲ ਮਨ ਦੇ ਅੰਦਰ ਇੱਕ ਦ੍ਰਿਸ਼ਟ ਭਾਵ ਪਾਰ ਬ੍ਰਹਮ ਪਰਮੇਸ਼ਵਰ ਦੀ ਕਲਾ ਵਰਤ ਜਾਏ, ਦੂਸਰਾ ਖਤਮ ਹੋ ਜਾਏ, ਉਹ ਅਸਲ ਮਿਲਾਪ ਹੈ। ਜੋਗ ਨਾ ਖਿੰਤਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈ ਹੈ, ਜੋਗ ਨਾ ਮੁੰਦੀ ਮੂੰਡ ਮੁੰਡਾਇਆ, ਜੋਗ ਨਾ ਸਿੰਘੀ ਵਾਈ ਹੈ। ਇਹ ਜੋਗ ਨਹੀਂ ਹੈ ਬਾਹਰੋਂ ਜੋ ਮਰਜ਼ੀ ਕਰ ਲਓ। ਗੁਰੂ ਨਾਨਕ ਸਾਹਿਬ ਕਹਿੰਦੇ ਅਸਲ ਜੋਗ ਹੈ ਅੰਜਨ ਮਾਹੇ ਨਿਰੰਜਨ। ਕਿ ਇਸ ਮਾਇਆ ਦੇ ਵਿੱਚ, ਇਸ ਅੰਜਨ, ਇਸ ਕਾਲਖ ਦੇ ਵਿੱਚ ਮਨ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਸ਼ਬਦ ਵਿੱਚ ਜੋੜ ਕੇ ਨਿਰਅੰਜਨ ਹੋ ਜਾਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਕਬੀਰ ਸਾਹਿਬ ਕਹਿੰਦੇ ਜੋ ਕਿਛ ਕੀਆ ਸੋ ਮਨ ਕੀਆ। ਕਰਨ ਵਾਲਾ ਤੇ ਮਨ ਹੈ, ਤੇ ਅਸੀਂ ਤਨ ਨੂੰ ਤਪਾਉਣ ਲੱਗ ਗਏ ਹਾਂ। ਕਬੀਰ ਸਾਹਿਬ ਕਹਿੰਦੇ ਤਨ ਨੂੰ ਤਪਾਉਣ ਦੇ ਨਾਲ ਮਨ ਕਾਬੂ ਨਹੀਂ ਹੋਣਾ। ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਿਕੋਰ। ਜੇ ਤੁੰਮੀ ਨੂੰ ਬਾਹਰੋਂ ਧੋਦੇ ਜਾਓ ਪਰ ਤੁੰਮੀ ਅੰਦਰੋਂ ਕੌੜੀ ਦੀ ਕੌੜੀ ਰਹਿਣੀ ਹੈ। ਬਾਹਰੋਂ ਤਨ ਨਾਲ ਜੋ ਮਰਜ਼ੀ ਛੇੜਛਾੜ ਕਰੋ, ਮਨ ਅੰਦਰੋਂ ਮੈਲਾ ਹੈ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜੀ ਰਹਿਤ ਦਿੱਤੀ ਨਾ, ਸਾਬਤ ਸੂਰਤ ਵਾਲੀ, ਕੇਸਾਂ ਵਾਲੀ। ਸਤਿਗੁਰੂ ਜੀ ਨੇ ਕੱਲਾ ਕੇਸਗੜ੍ਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਹੀਂ ਬਣਾਇਆ। ਸਤਿਗੁਰੂ ਜੀ ਨੇ ਕਿਹਾ ਮੇਰਾ ਹਰ ਇੱਕ ਸਿੱਖ ਜਿਹੜਾ ਗੁਰੂ ਕੀ ਰਹਿਤ ਬੈਤ ਪਰਪੱਕ ਕਰੇਗਾ, ਖੰਡੇ ਬਾਟੇ ਦੀ ਪਹੁ ਲੇਗਾ, ਉਹਦੇ ਕੇਸਾਂ ਦੇ ਵਿੱਚ ਕੇਸਗੜ੍ਹ ਸਾਹਿਬ ਹੈ। ਹਰ ਇੱਕ ਸਿੱਖ ਦੇ ਗਗਨ ਦੇ ਵਿੱਚ ਕੇਸਗੜ੍ਹ ਸਾਹਿਬ ਹੈ। ਤੇ ਸਤਿਗੁਰੂ ਜੀ ਦੀ ਇਹ ਬਖਸ਼ਿਸ਼ ਹੈ ਭਾਈ। ਬਾਹਰੋਂ ਤਨ ਨੂੰ ਤਪਾਉਣ ਨਾਲ ਨਹੀਂ, ਆਓ ਮਨ ਦੇ ਮਾਰਗ ਵੱਲ ਚਲੀਏ, ਮਨ ਖੋਜ ਮਾਰਗ ਵੱਲ ਚਲੀਏ। ਅੱਗੇ ਅਗਲੇ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਇਹ ਬਖਸ਼ਿਸ਼ ਕਰਦੇ ਆ ਭਾਈ। ਕਬੀਰ ਰਾਮ ਨਾ ਛੋੜੀਐ, ਤਨ ਧਨ ਜਾਏ ਤਜਾਓ। ਚਰਨ ਕਮਲ ਚਿਤ ਬੇਦਿਆ, ਰਾਮ ਹੈ ਨਾਮ ਸਮਾਓ। ਕਬੀਰ ਸਾਹਿਬ ਜੀ ਦੇ ਮਾਤਾ ਬਹੁਤ ਪਰੇਸ਼ਾਨ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਜ਼ਿਕਰ ਹੈ, ਮੁਸ ਮੁਸ ਰੋਵੈ ਕਬੀਰ ਕੀ ਮਾਈ। ਮਾਈ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ, ਇੱਕ ਵਾਰ ਨਹੀਂ ਆਇਆ। ਨਿਤ ਉਠ ਕੋਰੀ ਗਾਗਰ ਆਨਾ, ਇਹਦੇ ਵਿੱਚ ਵੀ ਮਾਂ ਦਾ ਜ਼ਿਕਰ ਆਇਆ, ਸ਼ਬਦ 'ਚ ਵੀ। ਕਬੀਰ ਸਾਹਿਬ ਕਹਿੰਦੇ ਮੈਂ ਨਾ ਤਨ ਦੀ ਪਰਵਾਹ ਕੀਤੀ ਤੇ ਨਾ ਮੈਂ ਧਨ ਦੀ ਪਰਵਾਹ ਕੀਤੀ। ਪ੍ਰਭੂ ਦੇ ਨਾਮ ਨੂੰ ਜਪਣ ਲੱਗਿਆ, ਕਿਉਂਕਿ ਮੈਨੂੰ ਪਤਾ ਹੈ ਕਿ ਇਹ ਤਨ ਬਹੁਤ ਜਨਮਾਂ ਤੋਂ ਵਿਕਾਰਾਂ ਦੇ ਵਿੱਚ ਗੜੁੱਚ ਸੀ, ਤੇ ਹੁਣ ਇਹ ਮਨ ਜਾਗਿਆ ਤੇ ਇਸ ਤਨ ਦੀ ਕੀਮਤ ਪੈਣ ਲੱਗੀ ਹੈ। ਇਹਦਾ ਜ਼ਿਕਰ ਕੀਤਾ, ਹਮ ਕੂਕਰ ਤੇਰਾ ਦਰਬਾਰ ਭੌਕਾ ਆਗੈ ਬਦਨ ਪਸਾਰ। ਉੱਥੇ ਜ਼ਿਕਰ ਹੈ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਕਿ ਪੂਰਬਲੇ ਜਨਮਾਂ ਦੇ ਵਿੱਚ ਵੀ ਮੈਂ ਤੇਰਾ ਸੇਵਕ ਬਣ ਕੇ ਆਇਆ, ਪਰ ਇਸ ਜਨਮ ਦੇ ਵਿੱਚ ਮੈਂ ਇਸ ਤਨ ਨੂੰ ਬਾਰੰਬਾਰ ਜਨਮ ਮਰਨ ਦੇ ਵਿੱਚ ਆਉਣ ਨਹੀਂ ਦੇਣਾ। ਕਿਉਂਕਿ ਮੇਰਾ ਮਨ ਸਮਝ ਗਿਆ ਕਿ ਮਨ ਮੇਰਾ ਟਿਕ ਗਿਆ ਪ੍ਰਭੂ ਦੇ ਚਰਨਾਂ ਦੇ ਵਿੱਚ। ਇਹਨੂੰ ਹੀ ਭਗਤ ਰਵਿਦਾਸ ਜੀ ਕਹਿੰਦੇ ਕਿ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲ ਦਾ ਜਨਮ ਕੁੰਭਾਤੀ। ਰਾਮ ਗੁਸਈਆਂ ਜੀ ਕੇ ਜਿਵਨਾ ਮੋਹਿ ਨਾ ਵਿਸਾਰੋ, ਮੈਂ ਜਨ ਤੇਰਾ। ਉਥੇ ਇਹ ਵੀ ਜ਼ਿਕਰ ਭਗਤ ਰਵਿਦਾਸ ਜੀ ਨੇ ਕੀਤਾ ਹੈ ਕਿ ਇਹ ਤਨ ਬਹੁਤ ਜਨਮਾਂ ਤੋਂ ਵਿਛੜ ਜਾ ਰਿਹਾ ਹੈ, ਇਹ ਮਨ ਬਹੁਤ ਜਨਮਾਂ ਤੋਂ ਪਾਰ ਬ੍ਰਹਮ ਪਰਮੇਸ਼ਵਰ ਤੋਂ ਵਿਛੜਿਆ ਹੋਇਆ ਹੈ, ਪਰ ਹੁਣ ਨਹੀਂ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ।
ਇਹ ਜਨਮ ਹੁਣ ਪ੍ਰਭੂ ਦੇ ਲੇਖੇ ਲਾ ਦਿੱਤਾ। ਤਾਈਓ ਕਬੀਰ ਸਾਹਿਬ ਕਹਿੰਦੇ ਕਬੀਰ ਰਾਮ ਨਾ ਛੋੜੀਐ, ਤਨ ਧਨ ਜਾਏ ਤਾਂ ਜਾਓ। ਹੁਣ ਭਾਵੇਂ ਇਹ ਤਨ, ਕਿਉਂਕਿ ਭਗਤ ਫਰੀਦ ਸਾਹਿਬ ਨੇ ਇਹ ਦ੍ਰਿੜ ਕਰ ਦਿੱਤਾ, ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ। ਪ੍ਰਭੂ ਦੀ ਪ੍ਰੀਤ ਖਤਮ ਨਹੀਂ ਹੋਣੀ ਚਾਹੀਦੀ, ਭਾਵੇਂ ਇਹ ਜੋਬਨ ਚਲਾ ਜਾਏ ਪ੍ਰਭੂ ਦੀ ਬੰਦਗੀ 'ਚ। ਦੁਨੀਆ ਦੇ ਲੋਕ ਇਹ ਕਹਿੰਦੇ ਰਹਿਣ ਕਿ ਹਜੇ ਤੂੰ ਬਚਪਨੇ 'ਚ ਹੈ, ਹਜੇ ਤੇ ਜਵਾਨੀ ਚੜੀ ਹੈ, ਕਿਹੜੇ ਰੱਬ ਵਾਲੇ ਪਾਸੇ ਪੈ ਗਿਆ। ਪਰ ਫਰੀਦ ਸਾਹਿਬ ਕਹਿੰਦੇ ਇਹ ਜੋਬਨ ਮੈਂ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਨਹੀਂ ਹੁਣ ਗਵਾਉਣਾ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਕਹਿੰਦੇ ਇੱਕ ਨਹੀਂ, ਮੈਂ ਆਪਣੇ ਇਸ ਸਰੀਰ ਦੇ ਕਈ ਜੋਬਨ ਗਾਲ ਚੁੱਕਾ, ਕਈ ਜਨਮਾਂ ਦੇ ਮੈਂ ਜੋਬਨ ਖਰਾਬ ਕਰ ਚੁੱਕਾ ਉਸ ਪ੍ਰਭੂ ਦੀ ਪ੍ਰੀਤ ਦੇ ਬਿਨਾਂ। ਪਰ ਇਹ ਵਾਲੀ ਜਵਾਨੀ ਮੈਂ ਨਹੀਂ ਜਾਣਦੇ, ਇਸ ਤਨ ਦਾ ਅਹੰਕਾਰ ਮੈਂ ਪ੍ਰਭੂ ਦੇ ਨਾਮ ਦੇ ਉੱਤੇ ਹਾਵੀ ਨਹੀਂ ਹੋਣ ਦੇਣਾ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਅੰਦਰ ਹੁਣ ਮਨ ਨੂੰ ਸੁੱਕਣ ਨਹੀਂ ਦੇਣਾ। ਤਾਈਓ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤੰਗੀ ਪੈ ਉਹਰੀ ਗਹਿਰੀ ਗੰਭੀਰੀ, ਸਸੁੜ ਸੋਈਆ ਕਿਵ ਕਰੀ। ਨਿਵੜਨਾ ਜਾਏ ਥਣੀ, ਤੂੰ ਆਪਣੇ ਤਨ ਦਾ ਅਹੰਕਾਰ ਕਿਉਂ ਕਰਦੀ ਐ? ਇਹ ਜੀਵ ਇਸਤਰੀਏ, ਇਹ ਮਨੁੱਖ ਕਿਹੜੇ ਤਨ ਦਾ ਅਹੰਕਾਰ ਹੈ ਤੈਨੂੰ ਗੁਰੂ ਅੱਗੇ ਝੁਕਣ ਲੱਗਿਆ? ਤਨ ਤੇ ਤੂੰ ਮੱਥਾ ਟੇਕਤਾ ਪਰ ਤੇਰਾ ਮਨ ਨਹੀਂ ਝੁਕਿਆ। ਸੀਸ ਨਿਵਾਇਆ ਕਿਆ ਥੀਐ ਜਾਂ ਹਿਰਦੈ ਕਸੁੱਧੈ ਜਾਏ। ਮਨ ਦੇ ਅੰਦਰ ਪਾਪ ਹੈ, ਸਿਰਫ ਤੂੰ ਮੂੰਹੋਂ ਮਿੱਠਾ ਹੈ, ਮਨ ਤੇਰਾ ਬਹੁਤ ਮੈਲਾ ਹੈ। ਤਾਈਓ ਫਰੀਦ ਸਾਹਿਬ ਜੀ ਨੇ ਬਚਨ ਕਰ ਦਿੱਤਾ, ਫਰੀਦਾ ਕੰਨ ਮਸੁੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦੀਸੈ ਚਾਨਣਾ, ਦਿਲ ਹਨਿਆਰੀ ਰਾਤ। ਇਹ ਤੇਰਾ ਤਨ ਪ੍ਰਵਾਨ ਨਹੀਂ ਹੋਇਆ ਕਿਉਂਕਿ ਮਨ 'ਚ ਪ੍ਰਭੂ ਦੇ ਸ਼ਬਦ ਦਾ ਤੀਰ ਨਹੀਂ ਲੱਗਿਆ, ਪ੍ਰਭੂ ਦੇ ਸ਼ਬਦ ਦਾ ਪ੍ਰੇਮ ਨਹੀਂ ਪੈਦਾ ਹੋਇਆ। ਜਿਸ ਦਿਨ ਪ੍ਰਭੂ ਦੇ ਸ਼ਬਦ ਦਾ ਪ੍ਰੇਮ ਪੈਦਾ ਹੋ ਗਿਆ, ਉਸ ਦਿਨ ਇਹ ਮਨ ਵੀ ਆਖੇਗਾ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੂਲ ਮਹਿੰਗੀ ਲਈ ਜੀ ਸਟੈ। ਬਹੁਤ ਬੇਸ਼ਕੀਮਤੀ ਦਾਤ ਇਹ ਮੈਂ ਪ੍ਰਾਪਤ ਕੀਤੀ ਹੈ, ਆਪਣਾ ਸਭ ਕੁਛ ਦੇ ਕੇ ਪ੍ਰਾਪਤ ਕੀਤੀ ਹੈ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਕਰਕੇ ਇਹ ਇੰਨੀ ਬੇਸ਼ਕੀਮਤੀ ਚੀਜ਼ ਹੈ। ਤਨ ਜਾਂਦਾ ਹੈ ਜਾਏ, ਮੇਰੀ ਸਾਰੀ ਕਮਾਈ, ਮੇਰੀ ਸਾਰੀ ਦੌਲਤ, ਮੇਰਾ ਸਾਰਾ ਧਨ, ਪਰ ਇੱਥੇ ਧਨ ਸਿੰਬੋਲਿਕ ਹੈ। ਭਾਵ ਕਿ ਜਿਹੜਾ ਧਨ ਮੈਂ ਆਪਣੀ ਸਮਝੀ ਬੈਠਿਆ ਕਿ ਇਹ ਮੇਰਾ ਹੈ, ਇਹ ਸਾਰਾ ਕੁਛ ਮੇਰਾ ਹੈ। ਕਬੀਰ ਸਾਹਿਬ ਕਹਿੰਦੇ ਹੈ ਨਹੀਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗਿਆ ਮੇਰਾ। ਇਹ ਵਾਲੀ ਅਵਸਥਾ ਕਿ ਤਨ ਦੇ ਵਿਕਾਰ, ਤਨ ਦਾ ਅਹੰਕਾਰ ਪ੍ਰਭੂ ਦੀ ਬੰਦਗੀ 'ਚ ਵਿੱਚ ਨਾ ਆਏ, ਤੇ ਇਸ ਦੁਨੀਆ ਦਾ ਧਨ ਵੀ ਪ੍ਰਭੂ ਦੀ ਬੰਦਗੀ ਦੇ ਵਿੱਚ ਨਾ ਆਏ। ਪਰ ਇਸ ਕਰਕੇ ਕਬੀਰ ਦੀ ਮਾਂ ਕਹਿੰਦੀ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਏ ਰਘੁਰਾਈ। ਇਹ ਕਿਵੇਂ ਜੀਏਗਾ? ਤਨਨਾ ਬੁਨਨਾ ਸਭ ਛੱਡਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਕਹਿੰਦੇ ਇਹਨੇ ਪ੍ਰਭੂ ਦਾ ਨਾਮ ਕੈਸਾ ਜਪਣਾ ਸ਼ੁਰੂ ਕੀਤਾ ਹੈ? ਇਹਨੇ ਤੇ ਆਪਣਾ, ਕਿਉਂਕਿ ਖੱਡੀ ਹੈ, ਜੁਲਾਹੇ ਦਾ ਕੰਮ ਹੈ, ਕਹਿੰਦੇ ਤਨਨਾ ਇਹਨੇ ਪਰਾਂ ਕਰਤਾ, ਬੁਨਨਾ ਇਹਨੇ ਪਰਾਂ ਕਰਤਾ। ਕਹਿੰਦੇ ਇਹਨੇ ਤੇ ਪ੍ਰਭੂ ਦਾ ਨਾਮ ਹੀ ਲੈਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਬੀਰ ਸਾਹਿਬ ਦੀ ਮਾਂ ਨੇ ਪੁੱਛਿਆ ਤੂੰ ਕਿਉਂ ਨਹੀਂ ਕਰਦਾ ਕੰਮ? ਕਰ ਲੈ ਥੋੜਾ ਜਿਹਾ ਕੰਮ ਹੋਰ ਕਰ ਲੈ। ਕਬੀਰ ਸਾਹਿਬ ਕਹਿੰਦੇ ਜਿੰਨਾ ਮੇਰੀ ਰੋਜ਼ੀ ਰੋਟੀ ਲਈ ਮੈਨੂੰ ਚਾਹੀਦਾ ਸੀ, ਮੈਨੂੰ ਮੇਰੇ ਖੁਦਾ ਪਰਵਰਦਿਗਾਰ ਨੇ ਦੇ ਦਿੱਤਾ, ਉਹਨਾਂ ਮੈਂ ਕਰ ਲਿਆ। ਔਰ ਇਹ ਵੀ ਕਿਹਾ ਕਿ ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਰਾਮ, ਕਹਿੰਦੇ ਤਬ ਲਗ ਬਿਸਰੈ ਰਾਮ ਸਨੇਹੀ। ਮੈਂ ਇਸ ਲਈ ਹੁਣ ਜ਼ਿਆਦਾ ਨਹੀਂ ਕਰ ਰਿਹਾ ਕਿਉਂਕਿ ਜਿੰਨਾ ਚਿਰ ਤੱਕ ਮੈਂ ਧਾਗਾ ਇਸ ਬੇਹੀ ਦੇ ਵਿੱਚ ਪਾਉਣਾ, ਖੱਡੀ ਦੇ ਛੇਕ ਵਿੱਚ ਪਾਉਣਾ, ਕਹਿੰਦੇ ਉਨੇ ਚਿਰ ਤੱਕ ਮੈਨੂੰ ਮੇਰਾ ਪ੍ਰਭੂ ਨਹੀਂ ਚੇਤੇ ਰਹਿੰਦਾ। ਨਹੀਂ, ਇਸ ਲਈ ਮੈਂ ਇਸ ਕਿਰਤ ਨੂੰ ਘਟਾ ਦਿੱਤਾ ਹੈ ਕਿਉਂਕਿ ਪ੍ਰਭੂ ਦੀ ਬੰਦਗੀ ਨਾ ਛੂਟੇ। ਔਰ ਇਸ ਕਰਕੇ ਭਗਤ ਵੀ ਕਬੀਰ ਸਾਹਿਬ ਕੋਲ ਆਏ ਕਿ ਕਿਵੇਂ ਕਿਵੇਂ ਜਪਣਾ। ਨਾਮਦੇਵ ਕੋਲ ਤ੍ਰਿਲੋਚਨ ਜੀ ਆਏ ਕਿ ਨਾਮਦੇਵ ਜੀ ਤੁਸੀਂ ਕੰਮ ਵੀ ਕਰਦੇ ਹੋ, ਰੱਬ ਦੀ ਬੰਦਗੀ ਵੀ ਕਰਦੇ ਹੋ, ਇਹ ਕੋਈ ਹੋ ਸਕਦਾ? ਤੇ ਨਾਮਦੇਵ ਜੀ ਕਹਿੰਦੇ ਹੋ ਸਕਦਾ। ਨਾਮਾ ਕਹਿ ਤ੍ਰਿਲੋਚਨਾ ਮੁਖਤੇ ਰਾਮ ਸੰਹਾਰ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੋ ਸਕਦਾ ਪ੍ਰਭੂ ਦੀ ਬੰਦਗੀ ਇੰਨੀ ਦ੍ਰਿੜ ਕਰ ਆਪਣੇ ਮਨ ਦੇ ਵਿੱਚ ਕਿ ਤੂੰ ਆਪਣੀ ਕਿਰਤ ਵਿਹਾਰ ਨਾ ਛੱਡੇ, ਤੂੰ ਦਸਾਂ ਨੋਆਂ ਦੀ ਕਿਰਤ ਨਾ ਛੱਡੇ, ਦਸਾਂ ਨੋਆਂ ਦੀ ਕਿਰਤ ਵੀ ਕਰੇ, ਆਪਣਾ ਘਰ ਵੀ ਚਲਾਏ, ਆਪਣੀ ਗ੍ਰਸਤੀ ਜੀਵਨ ਵੀ ਸੁਹਿਰਦ ਰੱਖੇ ਤੇ ਨਾਲ ਨਾਲ ਪ੍ਰਭੂ ਦੀ ਬੰਦਗੀ ਵੀ ਕਰੇ। ਸਾਚ ਨਾਮ ਮੇਰਾ ਮਨ ਲਾਗਾ, ਇਉਂ ਤੇਰਾ ਮਨ ਪ੍ਰਭੂ ਦੀ ਬੰਦਗੀ 'ਚ ਲਗੇ। ਲੋਗਨ ਸਿਓ ਮੇਰਾ ਠਾਠਾ ਬਾਗਾ, ਕਿ ਲੋਕਾਂ ਦੇ ਵਿੱਚ ਸੰਸਾਰ 'ਚ ਤੇਰਾ ਠਾਠਾ ਬਾਗਾ। ਇਹ ਨਹੀਂ ਕਿ ਮੂੰਡ ਮੁੜਾ ਕੇ ਤੂੰ ਸਿੱਧ ਹੋ ਜਾਏ, ਤੂੰ ਪਹਾੜਾਂ ਦੇ ਵਿੱਚ ਜੋਗੀ ਹੋ ਕੇ ਬਣ ਜਾਏ। ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਤਿਆਗੀ ਨਹੀਂ ਹੈ
कि जिहड़ा गृहस्थ नूं त्याग के चला गया, त्यागना त्यागन अनेका, काम क्रोध लोभ त्यागना। जिन्हें अपने मन नूं मूण दिता विकारां तो, असल दे विच ओह त्यागी है। जिन्हें काम क्रोध लोभ नूं अपने मन दे विचों परां कर दिता है। इस करके भगत जी ये भी कहिंदे कि भाई आनी ले कागद काटी ले गूढ़ी, आकाश मध्य भरमी अले, पंच जनास्यों बात बतौआ, चीत सो डोरी राखी अले, मन राम नामा बेदी अले, जैसे कनक कला चित मांडी अले। एक बच्चा डोरी दे नाल गुड्डी उड़ाउंदा है, पतंग उड़ाउंदा है, जिस वेले उहदी गुड्डी हवा दे विच चढ़ जांदी है, उस वेले वह अपने मित्रां साथियां दे नाल गल्लां भी करदा है, हासा ठाठा भी करदा है। जिथे उहदी गुड्डी डोलण लगदी है उत्थे तुनगा मार दिंदा माड़ा जा, चीत सो डोरी राखी अले। इवें तेरे प्रभु दे नाम दी गुड्डी सदा ही तेरी सुरत रूपी गगन मंडल च रहनी चाहिए। ते तेरे जीवन दे विच आ तेरे पंज साथी, पंज विकार, काम क्रोध लोभ मोह अहंकार, इन्हां नाल भी तू विचरे, पर चीत सो डोरी राखी अले। इवें तेरा प्रभु दे चरणां दे विच नाम, प्रभु दे चरणां दी याद सदा बनी रहे। आनी ले कुंभ भराई ले, उदक राजकुमार पुरंदरिए, हस्त विनोद विचार करती है, चीत सो गागर राखी अले। इस रूप दे विच तेरे अंदर प्रभु दा नाम चले। कबीर साहब कहंदे तन ते धन तेरे प्रभु दे नाम दे विच रुकावट ना आए। ये तन रुकावट ना आए। जेड़ा जेड़ा तन रुकावट आउंदा है ते गुरु पातशाह जी कहंदे मैं वड्डे वड्डे चूनियां दी इमारतां भी ढहंदियां देखियां, सीमटां दी इमारतां इत्थे कंक्रीट दी इमारतां भी ढह जांदियां ने। तू एक ही मिट्टी दे तन दा अहंकार करी फिरदा। तू ये तन जेड़ा मिट्टी दा बनया, जेड़ा खाक दा बना है, बस ये तो उभरी हुई खाक है, जब गिर जाएगी तब भी खाक है। तू इहदा कादा अहंकार करदा है? पातशाह जी कहंदे वो तंगी पै हो रही, गहरी गंभीरी, ससुड़ सुईया किव करी, उस प्रभु अगे क्यों नहीं झुकदी तू? निवड़ ना जाए थणी, तन दा अहंकार है। गच जे लगा गिड़वड़ी, सखिया धोल हरी, सेपे टैंदे डिठ मैं, मुंद ना गर्भ धनी। तू अपने तन दा अहंकार ना कर। इत्थे चूने दियां इमारतां भी डिगदियां देखियां ने। जे तन दिता है तो उस पार ब्रह्म परमेश्वर की प्रीत दे विच ला। जे श्वास मिले ने, दम दम सदा संभालदा, दम ना बिरथा जाए। जे प्रभु ने ये धन दिता है जीव नूं चलाउण वास्ते, जीवन नूं सार्थक बनाउण लई, इस धन दा माण ना कर। इस धन नूं भी लेखे ला। इस धन दे विच रहिंदियां भी तू पार ब्रह्म परमेश्वर दी इवें आराधना कर, जैसे जल में कमल निरालम मुरगाई न साणे, सुरत शब्द भव सागर तरी है। इवें तेरी सुरत शब्द दे विच जुड़ जाए। कबीर साहब कहते तन ते धन किथे रुकावट ना बन जाए। कबीर राम ना छोड़िए, तन धन जाए ता जाऊं, चरण कमल चित बेदया, राम है नाम समाओ। चरण कमल दे, प्रभु दे चरण कमल बाणी है। ये बाणी ही प्रभु दे चरण कमल है। इस बाणी दे विच साडा मन इउं बेदया जाए जिस तरह एक भौरा कमल दे फुल दे विच अपना आप समर्पित कर दिंदा है। सुरत चुभी होंदी है। जिस तरह आनी ले गागर, आनी ले कागद काटी ले गूढ़ी, जिस तरह गुड्डी दे नाल एक बच्चे दी सुरत है धागे करके, जिस तरह गागर सिर दे उत्ते एक औरत ने रखी है, एक नहीं 10 गागरां रखियां हुईयां ने, पर हस्त विनोद विचार करती है, चीत सो गागर राखी अले। मंदिर एक द्वार 10 जाके गौ चरावन छाड़ी अले, 5 कोस पर गौ चरावत, चीत सो बछड़ा राखी अले। इवें तेरी चरण कमल मन बेदया जाए प्रभु दे चरणा च, किरत विहार तेरी हो रही है, पर पार ब्रह्म परमेश्वर का नाम कदी नहीं विसरिया। वो नहीं विसरिया, सदा ही वह नाम चेते है। कबीर साहब कहते ये जीवन की वियोंत होए। ते अगले श्लोक दे विच कबीर जो हम जंत बजावते, टूट गई सब तार, जंत बिचारा क्या करे, चले बजावन हार। ज्यों ज्यों प्रभु दे नाम दे विच मन जुड़िया, ज्यों ज्यों शब्द की कला मन के अंदर वरती, मन निर्मल होया, रंग लागत 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 है रंग लग्या। पहला तो मन के अंदर विकारां दा
बड़ा शोर सी, बड़ी हनेरगर्दी सी विकारां दी। मन जे कल्ला भी बैठा है, मनुख जे कल्ला भी बैठा है, दुनिया के रूप दे विच चुप बैठा है, पर कबीर साहब कहते मन उहदा चुप नहीं है, मन शांत नहीं है, मन दे अंदर विकार चल रहे ने। ताइयों गुरु अर्जुन साहब कहते रसना गुण गोपाल नित गायण, सदा ही उहदा खजाना चेते करो, उहदे गुणां नूं रसना तो गाओ, शांत सहज रहस मन उपजियो, सगले दुख पलायण, सारे दुख दूर होणगे। गुरु दे शब्द दे विच मन टिक जांदा है। पहला मन मैला सी, पहला ये जिन्ना मैला सी उस तरह जिस तरह एक सुनियारे की खुटाली दे विच मैला सोना भजदा है ना, उन्होंने सेक लगाओ। मन भी बंदगी करन लग्या कदी नहीं टिकदा सी। गुटका खोलो तो ऐसियां मन दे विच फाइलां खुल जांदियां जिहड़े ख्याल कदी चित चेते च नहीं आए। मन बड़ा बेईमानी है, बड़ा बेईमान करता है, जपण नहीं देंदा। पर जो ज्यों प्रभु दे नाम दे विच इस मन नूं टिकाउणा शुरू कीता, कुट कुट मन कसवट्टी लाया, मन नूं प्रभु दे चरनां विच जोड़ना शुरू कीता। तीरथ नहावन जाओ, तीरथ नाम है, तीरथ शब्द विचार अंतर ज्ञान है, गुर ज्ञान साचा नाम तीरथ, 10 पुरब सदा दशहरा, 12 स्नान, तीर्थां वाला नहीं, मन दा स्नान भी कराया, मन भी पवित्र कराया, मन गुरु दे शब्द दे विच जोड़िया, विकारां दे विच, क्योंकि ये शिंगार है मन दा। कवन सो अखर कवन गुण, कवन सो मणियां मंत, कवन सो वेसो हों करी, जित वस आवे कंत, निवन सो अखर खवन गुण, जेहवा मणियां मंत, ये मन दा शिंगार कीता। ए त्रै भैणे वेस कर, तां वस आवी कंत, तां कंत वस दे विच आया। जाए पुछो सुहागणी, तुसी राविया किनी गुणी, तन करके, तन दे शिंगार करके, तन दा रूप वडा के, कन्नां विच मुंदरां पा के मूंड मुंडा के भसम मल के, नहीं, मन करके सहज संतोख शिंगारिया। मिठा बोलनी फिर रिसालू ता मिलै, जा गुर का शब्द सुनी। मन करके इस शब्द नूं सुनिया, मन दे विच शब्द दा भाव दृढ़ कराया। ते जिस दिन कबीर साहब दृढ़ करा दिता, कबीर साहब कहंदे शब्द दा भाव हुण जिहड़े मन दे अंदर विकारां रूपी तुंबे वजदे सन ना, विकारां दे वाजे वजदे सन, विकारां दे शोर पैंदे सन, इत्थों तक नकटी को ठनगन बाडा डू। कबीर साहब कहंदे अंदर नकटी दा नाच हुंदा सी, नकटी दा वाजा वजदा सी, डू डू करदी सी ये नकटी मन दे अंदर, पापां वास्ते उकसाउंदी सी ये माया मन दे अंदर। मन दे विकार टिकण नहीं सी देंदे, शरारती सी मन, चंचल सी मन, पर गुरु दे शब्द विच लग के ये मन टिक गया, मन सहज हो गया। कबीर जो हम जंत बजावते, टूट गई सब तार मेरे मन दे विचों, मोह ते विकारां दियां सारी तन्नां टुट गईयां। हुण विकारां दे साज अंदर नहीं वजदे, कामनावां दी अंदर तंद नहीं वजदी, क्रोध रूपी अंदर शोर दी बिरती पैदा नहीं होंदी। गगन नगर एक बूंद ना बरखै, नाद कहाँ जो समाना, वो कित्थे गई विकारां दी बूंद, वो विकारां दा जिहड़ा नाद अंदर शोर पैंदा सी कित्थे गया, कित्थे खत चला गया। वो पार ब्रह्म परमेश्वर दी केड़ी कला वरत गई कि अंदर रंग लगदा लगदा जद लग्या, पहलां ते यह तन माया पाहिया प्यारे लीतड़ा लब रंगाए, लब दा अंदर शोर पैंदा सी, लोभ सी अंदर, लालच सी, पर हुण आपे साजे आपे रंगे आपे नदर करे। जद उहदी नदर हुई ते अंदर गगन नगर एक बूंद ना बरखै, नाद कहाँ जो समाना, पार ब्रह्म परमेश्वर माधो। कहंदे उस प्रभु दी ऐसी कृपा, माधो दी माया दे खसम दी ऐसी कृपा हुई कि उन्हें अपनी माया नूं काबू कर लिया। परम हंस ले सिधाना, कि वह परम हंस जिहड़ा पार ब्रह्म परमेश्वर हिरदे च वसिया। बाबा बोलते ते कहाँ गए, किथे गए वो विकारां दे नाद, किथे गए वो विकारां दे ख्याल जिहड़े मन दे अंदर सारा दिन ते सारी रात कुरबुर करदे रहिंदे सी। सारी दिन भी बेचैन ते सारी रात भी बेचैन, रात भी नहीं इन्हां नूं चैन हुंदा ते दिन भी नहीं इन्हां नूं चैन हुंदा। ताइयों ते धन गुरु ग्रंथ साहब महाराज जी दी बाणी दे विच सच्चे पातशाह कृपा करदे कि भाई मन जंग है, मन दी जंग है विकारां दे नाल। साबाही साला जिनी ध्याया एक मन, सेई पूरे शाह वक्ते उपर लड़ मुए।
ਜਿਹੜੇ ਲੜ ਪਏ ਨੇ ਇਸ ਮਨ ਦੇ ਨਾਲ, ਉਹਨਾਂ ਨੇ ਵਿਕਾਰਾਂ ਨੂੰ ਭਜਾਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਧੰਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ। ਇਹ ਜੁਧ ਕੀਤਾ, ਵਿਕਾਰ ਨਸ ਗਏ ਨੇ। ਨਸ ਵਈਓ ਕਿਲ ਵਿਖੋ ਕਰਤਾ ਘਰ ਆਇਆ। ਕਿੱਥੇ ਗਏ ਬਾਬਾ? ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਉਹ ਤੇ ਸਦਾ ਹੀ ਇੱਥੇ ਵਸਦੇ ਸਨ। ਸਦਾ ਸੁਰਤ ਤਨ ਦੇ ਵਿੱਚ ਹੀ ਭੱਜੀ ਫਿਰਦੀ ਸੀ, ਮਨ ਤੇ ਕਦੀ ਟਿਕਿਆ ਹੀ ਨਹੀਂ ਸ਼ਬਦ ਦੇ ਵਿੱਚ। ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ, ਜਿਹੜੇ ਸਦਾ ਹੀ ਬੋਲਦੇ ਰਹਿੰਦੇ ਸੀ ਮਨ ਦੇ ਅੰਦਰ ਵਿਕਾਰ, ਉਹ ਕਿੱਥੇ ਗਏ? ਬਜਾਵਨ ਹਾਰੋ ਕਹਾਂ ਗਏ ਹੋ? ਜਿਨੇ ਮੰਦਰ ਕੀਨਾ, ਮੰਦਰ ਦਾ ਮਤਲਬ ਮੰਦਲ, ਇਹ ਅੰਦਰ ਦੇ ਮ੍ਰਿਦੰਗ ਜਿਨ੍ਹਾਂ ਦੇ ਅੰਦਰ ਸ਼ੋਰ ਮਚਿਆ ਪਿਆ ਸੀ, ਉਹ ਮਨ ਸ਼ਾਂਤ ਹੋ ਗਿਆ, ਮਨ ਵਸ ਵਿੱਚ ਆ ਗਿਆ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਇਹ ਦੁਸ਼ਟ ਮਰ ਗਏ ਅੰਦਰ ਦੇ। ਜਨ ਕੀ ਪੈਜ ਰੱਖੀ ਕਰਤਾਰੇ, ਕਰਤਾਰ ਨੇ ਪੈਜ ਰੱਖ ਲਈ। कबीर साहब कहते दसो मैनू किथे गए? कबीर जो हम जंत बजावते टूट गई, सब तार वो किथे गई? उन्हां दी तार। जंत विचारा क्या करे, चले बजावन हार। हुण अंदर मन भी विचारा जंत रूपी की करेगा? वजाउण वाले विकार ते भज गए ने, वजाउण वाले ते विकार रहे नहीं। अंदर शांत हो गया है, अंदर शांत सहज रहस मन उपजियो। सगले दुख पलायन वो तो भज गए ने, पलायन कर गए ने इथों। कबीर साहब कहते यह है जीवन का सच। बाहरों भसम विभूति, बाहरों मुंदरा पाउण दे नाल, जंगम बनन दे नाल, कोई बाहरों कच्चे भेख करन दे नाल कोई रब नहीं बन जाता, कोई ब्रह्म ज्ञानी नहीं बन जाता। और असी उन्हां भेखां दे विच बहुत छेती खिंचे जाते हैं कि खरे भेख ही भगवान है। कबीर साहब कहते नहीं भाई, अंदर दे विकारां नूं कदी वेख्या नहीं जा सकता। बाहर दा भेख सानूं लगदा है कि वाह कि ये तो रब दा ही बंदा है, पर कबीर साहब कहते रब दा बंदा वो है बंदे बंदगी इख्तियार, साहिब रोज धरों के प्यार। नाम तेरा आधार मेरा, ज्यों फूल जई है नार। जिवें बाहरों बूटे नूं फुल नूं पानी चाहिए खिड़न लई, कबीर साहब कहते सिख नूं बाणी चाहिए खिड़न वास्ते। उहदा मन जुड़ गया। कबीर फल लागे फलन, पाकन लागे आंब, जाए पहुंचे खसम को, जो बीच ना खाई कांब। जे बाहरों कल्ले विकार ही होंदे ते कंब जांदे, पर अंदरों जुड़ गया। विकारां दी हनेरी हुण तोड़ नहीं सकदी। वो वजाउण वाले विकार खत्म हो गए ने। आ मन रूपी हुण जंत विकारां दा नहीं वजदा, क्योंकि वजाउण वाले ही नहीं रहे। साहिब सच्चे पातशाह हजूर बाणी दे विच ये बारंबार निशानियां दसदे ने। भाई तुसी बाणी पढ़दे हो, कीर्तन सरवण करदे हो, कथा सरवण करदे हो, चौकड़ा लाओ, गुरु गुरु जपो, ते मन नूं देखो भी तां सही कि मन किथे उथे ही ते नहीं खड़ा। उथे ते स्टैगनेशन नहीं है मन दी। बंदे खोज दिल हर रोज, ना फिर परेशानी माहे। यह जो दुनिया सेहर मेला दस्तगिरी ना है। ये वो चीज़ां ये दिखदा पसारा, आसमान जमी दरखत आप पैदाइश खुदाए, बंदे चशम दीदंग फनाए। जो तू देख रहे हैं सब दस्तगीर, भाव बाँ छड्डण वाले ने। सब ये सेहर मेला झूठा मेला है, जादूगरी का खेड है। कुछ हाथ नहीं आना, जे हाथ आना है तो पार ब्रह्म परमेश्वर माधो, एक उस प्रभु का नाम। ताइयों गुरु तेग बहादुर साहब कहते हर जस रे मना गाय लै, जो संगी है तेरो, अवसर बीतियो जात है, कहो मान लै मेरो। ये नाल रहन वाला है, ते जे जपेगा तो मन शांत आ जाएगा। अज किन्ने सारे डंब झूठे भेख, कोई कहते असी ये जपाउने आ, असी ये वाला नाम देने आ, असी ये। मन दे अंदर दे मेले किसी दे शांत नहीं होए, बस प्रपंच ही चल रहा है। जो बाहर प्रपंच है उही प्रपंच अंदर चल रहा है। उगड़ जाता है, सामने आ जाता है झूठा भेख प्रपंच। दुनिया दे विच कोई विरलियां नूं छड्ड के दुनिया च जिन्ने गुरु साध बने हुए ने ना, जिन्हां नाल भी जुड़ जावांगे अंत धोखा ही मिलना है। पर गुरु ग्रंथ साहब जी के शब्द नाल जुड़िया कदी धोखा नहीं मिलेगा। शांत सहज रहस मन उपजो है, सहज संतोख विचारिया,
सहज संतोख शिंगारिया मिठा बोलनी, आ है गुण इत्थे। ए आनड़िए मानड़ा काय करे, केड़े मान च तुर पईयां तू, नहीं आपनड़ा घर हर रंगो, आ टिका मन नूं, आ सब तो वड्डी कीमत है, आ सब तो वड्डा धन है। इत्थे बाहरों बड़े बड़े जिहड़े लोकी कहंदे ना साडे कोल बहुत कुछ है, पर यह चीज़ ये दात किसी विरले कोल है। हम धनवंत भागट सच ना है, कोई विरला है जिहदे कोल धन भी है ते जिहदे कोल चंगे भाग भी ने, वो है जिन्हें मन टिका लिया गुरु के शब्द विच, जिहदा मन मन गया। फिर उन्होंने ये पता है वड्डे वड्डे जो दिसां लोग तिनको व्यापै चिंता रोग, कौन वड्डा माया वड्याई, ये तो वड्याई ओदी है, ठगौरी दी है। पर असल वड्याई काहे रे बकबाद लगायो, जिन हर पायो तिन्ह छुपायो। ते कबीर साहब अगले श्लोक 104वें ते अज दी विचार दे आखिरी श्लोक दे विच कहिंदे है, कहंदे झूठे गुरु वाल, झूठे साधां वाल, झूठे संतां वाल। देखो असल है, नकल असल विचों ते पैदा होंदी है, पर नकल बहुत ज़्यादा प्रपंच कर जाती है, बहुत फैल जाती है, ते असीं नकल वाल भज्जे जांदे हां। कहंदे नकली साध, नकली गुरु, नकली संत दी लई हुई सिक्ख्या, कहंदे उन्होंने झट तो झट अपने मन तो परां करो। जे मुंडना है, जे अपने जे मुंडाउण दा बहुता शौक है, फिर अपने केसां नूं ना मुंडाओ। जे मुंडाउण दा शौक है, जिहड़ी झूठे गुरु दी मत लई है, उन्होंने मुंडा दिओ। आ सरवण करो जी आखिरी श्लोक, कबीर माए मुंडाओ तेह गुरु की, जाते भरम ना जाए, आप डूबे चहों बेद मह, चेले दिए बहाए। कहते जे मुंडन का बहुत शौक है तो फिर उस गुरु की मां नूं मुंड के आओ, जिस मां ने ऐसे झूठे प्रपंच भेखी नूं जन्म दिता है। जे तुसी टीके पढ़ोगे तो अर्थ यही बनणगे, पर असल दे विच माए का मतलब है मत। माता मत पिता संतोख बाणी च सैकड़े वारी आया। कहंदे जेड़ी मत तुसी झूठे गुरु तो लैके आए हो ना, अज दे अज वो झूठी मत त्याग दो। जे त्यागना है तो ये त्यागो। सब तो पहला कबीर माए मुंडो तेह गुरु की, माए का मतलब मत, जेड़ी मत झूठे गुरु ने दृढ़ कराई है, जेड़ा कहा जी ये नाम जपो तो तुसी तर जाओगे, जेड़ा कहते हैं जी नहीं साढ़े कोल आओ गुरु जी जपो, नहीं। उस गुरु की झूठी मत नूं अज ही मुंडो, अज ही मन तो परां करो, जे अंदर सहज संतोख ते शांत पैदा करना है, जे मन के अंदर ठरमा पैदा करना है, जे मन के अंदर पार ब्रह्म परमेश्वर जिहड़ा गुरु अर्जुन साहब जी की शहादत ज्ञानी जी सिंह साहब जी होरां ने यह कहा कि 14 तरीक नूं कुल संसार दे विच सिख नाम लेवा बना असी सतगुरु जी नूं चेते करांगे। ते सतगुरु जी दा अंदर किस तरह रहिंदे गुर दरियाओ विच मीन कुलीन हेत निर्बानी, ये भाई गुरदास जी ने गुरु अर्जुन साहब जी की शहादत बारे उचारी है। दर्शन देखत पतंग ज्यों ज्योति अंदर जोत समानी, शब्द सुरद लिव मिर्ग ज्यों भीड़ पई चित अवर ना आनी। गुरु अर्जुन साहब तत्ती तवी ते बह के भी तेरा किया मीठा लागे, हर नाम पदारथ नानक मांगे, गुरु मेरा संग सदा है नाले। ये वाली अवस्था गुरु का शब्द देंदा, सच्चा गुरु देंदा। बिन सतगुर किनै ना पायो, बिन सतगुर किनै ना पाया, सतगुर विच आप रखियोन कर प्रगट आख सुनाया। पूर्ण सतगुरु तो बिना, गुरु ग्रंथ साहब जी तो बिना जेड़ी भी मत असी लैके आए हो फलाने फलाने तो, कबीर साहब कहते अज ही उस मत नूं मन तो परां करो, मूंड दे उस मत नूं, उस मां रूपी मत नूं खत्म करो। सच्ची मत गुरु तो लो। सतगुरु विटों वारिया जित मिलिया खसम संभालिया, जिन कर उपदेश ज्ञान अंजन दिया इन्हीं नेत्री जगत ने हालिया। वो गुरु तो उपदेश लो जिहड़ा सच्चा गुरु दिंदा, जिहड़ा गुरु बिन घोर अंधार, गुरु बिन समझ ना आवे, गुरु बिन सुरत ना सिद्ध, गुरु बिन मुक्त ना पावे। उन्हां गुरुआं ने मुक्ति नहीं दे देनी। इत्थों तक के भगत जी कहंदे कि धरती ते जिन्नू मर्जी आराध लो, पर पार ब्रह्म परमेश्वर की आराधना तो बिना मुक्ति नहीं मिलनी, सच्चे गुरु तो बिना मुक्ति नहीं मिलनी। इस करके हों तो एक रमैया लैहूं, आन देव बदलावन देहूं। आन जिन्ने भी है उन्हां दी जेड़ी मत अज तक असी दृढ़ कीती है,
ਜਿਹੜੇ ਦਿੱਤੇ ਹੋਏ ਉਹਨਾਂ ਦੇ ਝੂਠੇ ਉਪਦੇਸ਼ ਅਸੀਂ ਮਨ ਦੇ ਵਿੱਚ ਸੋਚ ਲਿਆ ਕਿ ਇਹੀ ਸੱਚੇ ਨੇ। ਕੋਈ ਕਿਹੜੇ ਪਾਸੇ, ਕੋਈ ਪੱਤਰੀਆਂ ਵਾਚਣ ਵਾਲੇ ਪਾਸੇ ਤੁਰ ਗਿਆ, ਕੋਈ ਘਰਾਂ ਦੇ ਬਾਥਰੂਮ ਨੂੰ ਤੁੜਵਾਉਣ। ਭਾਈ ਜਿੰਨਾ ਚਿਰ ਤੱਕ ਸੁੱਖ ਸੀ ਕਦੀ ਬਾਥਰੂਮ ਨੇ ਦੁੱਖ ਥੋੜੀ ਦਿੱਤਾ ਹੈ। ਅੱਜ ਦੁੱਖ ਆਇਆ ਤੇ ਉਹਨਾਂ ਕੋਲ ਚਲੇ ਗਏ, ਨਹੀਂ ਜੀ ਆ ਤੁਹਾਡੇ ਘਰ ਦਾ ਗਲਤ ਹੈ ਨਕਸ਼ਾ, ਇਹਨੂੰ ਭੰਨ ਕੇ ਉੱਥੇ ਕਰੋ, ਹੱਦ ਹੋ ਗਈ ਹੈ। ਕਬੀਰ ਸਾਹਿਬ ਕਹਿੰਦੇ ਵਿਕਾਰ ਤੇ ਮਨ ਦੇ ਅੰਦਰ ਹੈ, ਤੂੰ ਗੁੱਸਾ ਕੰਨਾਂ ਇਮਾਰਤਾਂ ਇੱਟਾਂ ਤੇ ਕਿਉਂ ਕੱਢਦਾ ਪਿਆ? ਵਿਕਾਰ ਤੇ ਮਨ ਦੇ ਅੰਦਰ, ਦੁਖੀ ਮਨ ਹੈ। ਉਹ ਜਿਹੜੀ ਮੱਤ ਹੈ ਅੱਜ ਹੀ ਤਿਆਗ, ਨਹੀਂ ਤੇ ਇਹ ਮੱਤ ਤੇਰਾ ਖਹਿੜਾ ਨਹੀਂ ਛੱਡੇਗੀ। ਇਹ ਸਦਾ ਹੀ ਦੁੱਖ, ਹੋਰ ਦੁੱਖ ਵੱਧਦੇ ਜਾਣਗੇ। ਜੇ ਅੱਜ ਸੁੱਖ ਦੀ ਪ੍ਰਾਪਤੀ ਕਰਨੀ ਹੈ, ਜੇ ਅੱਜ ਪਰਮ ਸੁੱਖ ਦੀ ਪ੍ਰਾਪਤੀ ਕਰਨੀ ਹੈ, ਫਿਰ ਕਬੀਰ ਸਾਹਿਬ ਕਹਿੰਦੇ ਕਬੀਰ ਮਾਏ ਮੁੰਡੋਂ ਤੇ ਗੁਰੂ ਕੀ, ਝੂਠੇ ਗੁਰੂ ਦੀ ਮੱਤ ਨੂੰ ਅੱਜ ਹੀ ਖਤਮ ਕਰ। ਜਾਤੇ ਭਰਮ ਨਾ ਜਾਏ, ਜਿਸ ਮੱਤ ਨੂੰ ਲੈ ਕੇ ਸਾਡੇ ਮਨ ਦੇ ਅੰਦਰੋਂ ਭਰਮ ਨਹੀਂ ਜਾਣਾ, ਸਦਾ ਹੀ ਭਰਮ ਵੱਧਦਾ ਜਾਣਾ। ਅਗਲਾ ਸਾਨੂੰ ਭਰਮਾਂ ਵਿੱਚ ਪਾ ਦਿੰਦਾ ਹੈ, ਪ੍ਰੈਡਿਕਸ਼ਨ ਕਰਦਾ ਜੀ ਫਲਾਣਾ ਇਹ ਹੋ ਜਾਏਗਾ, ਤੁਹਾਡੇ ਨਾਲ ਇਹ ਹੋ ਜਾਏਗਾ, ਤੁਹਾਨੂੰ ਇਹ ਮਿਲ ਜਾਏਗਾ, ਫਲਾਣੇ ਸਾਲ 'ਚ ਤੁਸੀਂ ਇਹ ਪ੍ਰਾਪਤ ਕਰ ਲੋਗੇ। ਕੌਣ ਪ੍ਰਾਪਤ ਕਰਦਾ ਹੈ? ਜੇ ਨਹੀਂ ਹੋਇਆ ਪ੍ਰਾਪਤ ਫਿਰ ਕਿਹਨੂੰ ਫੜਾਂਗੇ? ਕਬੀਰ ਸਾਹਿਬ ਕਹਿੰਦੇ ਆਪਣੇ ਮਨ ਨੂੰ ਝੂਠੇ ਭਰਮ ਵਿੱਚ ਨਾ ਫਸਾਓ। ਆਪਣੇ ਮਨ ਨੂੰ ਉਹਨੇ ਝੂਠੇ ਗੁਰੂ, ਝੂਠੇ ਸਾਧਾਂ ਦੀ ਗੱਲਾਂ ਦੇ ਵਿੱਚ ਨਾ ਗਰਕ ਕਰੋ। ਵਿਰਲੇ ਨੇ ਇਸ ਧਰਤੀ ਦੇ ਵਿੱਚ, ਸੱਚੇ ਵੀ ਹੈਗੇ ਨੇ ਪਰ ਜ਼ਿਆਦਾ ਪ੍ਰਪੰਚ ਝੂਠਿਆਂ ਦਾ ਹੈ। ਉਹਦੀ ਮੱਤ ਨੂੰ ਮਨ ਤੋਂ ਦੂਰ ਨਹੀਂ ਕੀਤੀ ਤੇ ਭਰਮ ਨਹੀਂ ਜਾਣਾ ਸਾਰੇ ਜੀਵਨ ਦੇ ਵਿੱਚ। ਤੇ ਜਿਸ ਦਿਨ ਸਾਡੇ ਮਨ ਦੇ ਵਿੱਚੋਂ ਭਰਮ ਗਿਆ, ਉਸ ਦਿਨ ਅਸੀਂ ਆਪ ਵੀ ਤਰਾਂਗੇ ਤੇ ਆਪਣੇ ਪਰਿਵਾਰਾਂ ਨੂੰ ਵੀ ਤਾਰ ਦਾਂਗੇ, ਆਪਣੇ ਚੌਗਿਰਦੇ ਨੂੰ ਵੀ ਤਾਰ ਦਾਂਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਉਹ ਮੱਤ ਨੂੰ ਤਿਆਗੋ। ਤੇ ਕਿਹੜੀ ਮੱਤ ਲਓ? ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਆਪਣੇ ਆਪ ਨੂੰ ਸਿਆਣੇ ਕਹਿਣ ਵਾਲੇ ਸਭ ਡੁੱਬਣਗੇ। ਆਪ ਵੀ ਡੁੱਬ ਰਹੇ ਨੇ ਤੇ ਸਾਨੂੰ ਵੀ ਰੋੜ ਕੇ ਰੱਖ ਦੇਣਾ। ਕਬੀਰ ਸਾਹਿਬ ਕਹਿੰਦੇ ਆਪ ਡੁੱਬੇ ਚਾਹੋ ਬੇਦ ਮਹਿ, ਚੇਲੇ ਦੀਏ ਬਹਾਏ। ਆਪ ਵੀ ਡੁੱਬੇ ਤੇ ਨਾਲ ਲੈ ਕੇ ਆਪਣੇ ਚੇਲਿਆਂ ਨੂੰ ਵੀ ਰੁੜ ਜਾਣਾ ਹੈ। ਤਾਈਓ ਇਹ ਕਹਾਵਤ ਬੜੀ ਮਸ਼ਹੂਰ ਹੈ ਬਜ਼ੁਰਗਾਂ ਦੀ, ਆਪ ਤਾਂ ਮੋਇਓ ਬਾਹਮਣਾ ਜਜਮਾਨ ਵੀ ਨਾਲੇ। ਆਪ ਤੇ ਝੂਠੇ ਡੁੱਬੇ, ਆਪਣਿਆਂ ਦੇ ਪਿੱਛੇ ਪੂਰਾਂ ਦੇ ਪੂਰ ਲੈ ਕੇ ਡੁੱਬੇ। ਕਬੀਰ ਸਾਹਿਬ ਕਹਿੰਦੇ ਜਾਗੋ ਹੁਣ ਭਾਈ, ਮਨ ਜਾਗ ਜਾਏ ਇਹਨਾਂ ਵਿਕਾਰਾਂ ਤੋਂ, ਇਹਨਾਂ ਝੂਠ ਤੋਂ, ਇਹਨਾਂ ਪ੍ਰਪੰਚ ਤੋਂ। ਮਨ ਦੇ ਅੰਦਰ ਇਹ ਆਸ ਨਾ ਰੱਖੋ ਕੱਲ ਕੀ ਹੋਣਾ ਹੈ, ਮੈਂ ਪਤਾ ਕਰਾਂ ਕੱਲ ਕੀ ਹੋਣ ਵਾਲਾ ਆਉਣ ਵਾਲੇ ਸਮੇਂ 'ਚ। ਨਹੀਂ, ਕਬੀਰ ਸਾਹਿਬ ਕਹਿੰਦੇ ਅੱਜ ਦਾ ਸਮਾਂ ਆਪਣਾ ਚੰਗਾ ਬਣਾਓ। ਅੱਜ ਸਬਰ ਸ਼ੁਕਰ ਦੇ ਵਿੱਚ ਸਮਾਂ ਬਤੀਤ ਕਰੋ। ਅੱਜ ਦੇ ਅਬ ਕੀ ਬਾਰ ਬਖਸ਼ ਬੰਦੇ ਕੋ, ਕੱਲ ਕਦੀ ਨਹੀਂ ਆਉਣਾ, ਕੱਲ ਹਮੇਸ਼ਾ ਕਾਲ ਬਣ ਕੇ ਆਏਗਾ। ਜੋ ਅੱਜ ਹੈ ਉਹਨੂੰ ਹੀ ਦ੍ਰਿੜ ਕਰੀਏ। ਕਬੀਰ ਗੁਰੂ ਲਗਾ ਤਬ ਜਾਨੀ ਹੈ, ਸੱਚਾ ਗੁਰੂ ਤਾਂ ਮਿਲਦਾ ਜਿਸ ਵੇਲੇ ਮਿਟੈ ਮੋਹ ਤਨ ਤਾਪ। ਸੱਚੇ ਗੁਰੂ ਦੇ ਮਿਲਣ ਦੀ ਨਿਸ਼ਾਨੀ ਤਨ ਤੋਂ ਮੋਹ ਤਾਪ ਖਤਮ ਹੋ ਜਾਏ। ਹਰ ਇੱਕ ਸੋਖ ਦਾਜੈ ਨਹੀਂ, ਤਬ ਹਰ ਆਪੈ ਹੈ ਆਪ। ਸੱਚੇ ਗੁਰੂ ਦੇ ਮਿਲਣ ਦੀ ਨਿਸ਼ਾਨੀ ਹੈ ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਨੀ। ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਹੀ ਮੈਂ ਲੱਖ ਕਰੋੜੀ। ਸਤਿਗੁਰੂ ਭਲੀ ਕਰਨ 101 ਤੋਂ ਲੈ ਕੇ 104 ਤੱਕ ਭਗਤ ਜੀ ਦੇ ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਦੇ ਸਨਮੁਖ ਰੱਖੀ ਹੈ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ, ਬਾਣੀ ਪੜ੍ਹਦਿਆਂ ਬੇਅੰਤ ਤਰੁੱਟੀਆਂ ਹੋ ਗਈਆਂ ਹੋਣਗੀਆਂ। ਆਪ ਗੁਰੂ ਸੰਗਤ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਜੀ ਭਲੀ ਕਰਨ, ਰੋਗਾਂ ਤੋਂ ਬਚਾਉਣ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰੀ ਸ਼ੁਕਰਾਨਾ ਸੱਚੇ ਪਾਤਸ਼ਾਹ ਹਜ਼ੂਰ ਦਾ। ਸਮੁੱਚੇ ਤੌਰ ਤੇ ਸਾਰਿਆਂ ਦਾ ਦਾਸ ਸ਼ੁਕਰਗੁਜ਼ਾਰ ਹੈ। ਸਿੰਘ ਸਾਹਿਬ, ਗਿਆਨੀ ਰਣਜੀਤ ਸਿੰਘ ਹੋਰਾਂ ਦਾ, ਪ੍ਰਬੰਧਕ ਕਮੇਟੀ ਦਾ। ਸਤਿਗੁਰੂ ਭਲੀ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।